किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। दूजे कांड का तीजा भाग निर्मले महंतां दे अखाड़े की मर्यादा की परख गुरमत की कसवट्टी ते। आवाज़ गुरजंट सिंह ग्रुप वाली। वाहिगुरू जी का खालसा वाहिगुरू जी की फतेह। नंबर 1। उपरोक्त सरलेख अनुसार कि यह दस्तूर वाਕਿਆ ही गुरु गोबिंद सिंह जी ਦੇ ही निर्मले पंथ ਦਾ है। ਇਸ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦਾ, ਨਿਤਨੇਮ ਅਤੇ ਰੋਜ਼ ਪੜ੍ਹਨ ਵਾਲੀਆਂ ਬਾਣੀਆਂ ਦਾ, ਕਿਰਤ ਕਰਕੇ ਵੰਡ ਛਕਣ ਦਾ ਅਤੇ ਨਾਮ ਸਿਮਰਨ ਦਾ, ਸਿੱਖੀ ਦੀ ਰਹਿਤ ਕਕਾਰਾਂ ਦਾ ਵੇਰਵਾ ਅਤੇ ਚੌਹਾਂ ਬੱਜਰ ਕੁਰੈਤਾਂ ਦਾ ਜ਼ਿਕਰ ਤੱਕ ਨਹੀਂ। ਕਿਸ ਕਾਰਨ ਨਹੀਂ ਕਿ ਇਸ ਪੰਥ ਵਿੱਚ ਪਰ ਇਸਤਰੀ ਗਾਮੀ ਹੋਣ ਦੀ, ਧੂਮਰਪਾਨ ਕਰਨ ਦੀ, ਕੁੱਠਾ ਛਕਣ ਆਦਿ ਦੀ ਖੁੱਲ੍ਹ ਸੀ। ਨੰਬਰ 2। ਉਪਰੋਕਤ ਪੰਜਵੀਂ ਧਾਰਾ ਅਨੁਸਾਰ ਮਹੰਤ ਦੀ ਪੂਜਾ ਭੇਟਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਣ ਦੇ ਕਾਰਨ ਨਿਰਮਲਿਆਂ ਦੇ ਮਹੰਤਾਂ ਨੂੰ ਸਤਿਗੁਰੂ ਜੀ ਦੀ ਬਰਾਬਰਤਾ ਮਿਲ ਗਈ। ਇਹੀ ਕਾਰਨ ਹੈ ਕਿ ਇਹਨਾਂ ਮਹੰਤਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਧਰਮਸ਼ਾਲਾ ਦੀ ਰੂਪ ਰੇਖਾ ਆਪਣੀ ਵਿਉਂਤ ਅਨੁਸਾਰ ਵਿਗਾੜ ਕੇ ਨਿਆਰੇ ਗਿਆਨ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਰਜਿੰਦ ਦੇਵਤੇ ਦੇ ਮੰਦਰ ਜਿਹਾ ਬਣਾ ਦਿੱਤਾ। ਨੰਬਰ 3। ਪੰਥਕ ਰਹਿਤ ਮਰਜ਼ਾਦਾ ਅਨੁਸਾਰ ਗੁਰੂ ਦਰਬਾਰ ਵਿੱਚ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਅਦਬ ਨਾਲ ਮੱਥਾ ਟੇਕ ਕੇ ਸੰਗਤ ਨੂੰ ਫਤਿਹ ਬੁਲਾ ਕੇ ਜਿੱਥੇ ਵੀ ਥਾਂ ਮਿਲੇ ਬੈਠ ਸਕਣ ਦੀ ਖੁੱਲ੍ਹ ਹੈ। ਪਰ ਇਸ ਦਸਤੂਰ ਵਿੱਚ ਸਤਿਗੁਰਾਂ ਨੂੰ ਸੀਸ ਨਿਵਾਉਣ ਦੀ ਕੋਈ ਮਰਜ਼ਾਦਾ ਨਹੀਂ ਅਤੇ ਬੈਠਣ ਲੱਗਿਆਂ ਮਹੰਤੀ ਟੋਲੇ ਦੇ ਰੁਤਬਿਆਂ ਨੂੰ ਧਿਆਨ ਵਿੱਚ ਰੱਖ ਸੱਜੇ ਜਾਂ ਖੱਬੇ ਬੈਠਣ ਦੀ ਪਾਬੰਦੀ ਹੈ। ਗੁਰੂ ਦਰਬਾਰ ਦੇ ਸਾਂਝੇ ਅਤੇ ਊਚ ਨੀਚ ਦੇ ਵਿਚਾਰ ਤੋਂ ਬਿਨਾਂ ਸਰਬੱਤ ਨਾਲ ਇੱਕਸਾਰ ਸਲੂਕ ਦੀ ਗੁਰਮਤ ਮਰਜ਼ਾਦਾ ਦਾ ਖਾਤਮਾ ਕਰ ਦਿੱਤਾ। ਨੰਬਰ 4। ਇਸ ਲਿਖਤ ਦੇ 21ਵੇਂ ਪੈਰੇ ਵਿੱਚ ਲਿਖਿਆ ਹੈ ਕਿ ਨੰਬਰ 1। ਇਸਤਰੀ ਨੂੰ ਅਖਾੜੇ ਵਿੱਚ ਕਦੇ ਨਹੀਂ ਵੜਨ ਦਿੱਤਾ ਜਾਵੇਗਾ। ਸ਼ਰਾਬ ਲਈ ਰੋਕ ਹੈ, ਪਰ ਨੰਬਰ 2। ਅਫੀਮ ਅਤੇ ਭੰਗ ਦੀ ਕੋਈ ਰੋਕ ਨਹੀਂ। ਇਸ ਅਖਾੜੇ ਦਾ ਅਮਲ ਦਰਵੇਸ਼ੀ ਹੈ। ਅਤੇ ਨੰਬਰ 3। ਗ੍ਰਸਤ ਦਾ ਤਿਆਗ ਹੈ। ਮਹੰਤ ਆਪਣੇ ਜਿਉਂਦਿਆਂ ਅਗਲਾ ਮਹੰਤ ਬਣਾ ਸਕਦਾ ਹੈ। ਦਸਤੂਰ ਦੇ ਸਾਰੇ ਨਿਯਮ ਗੁਰਮਤ ਤੋਂ ਖੁੱਲ੍ਹੀ ਬਗਾਵਤ ਹੈ ਅਤੇ ਗੱਦੀਦਾਰ ਮਹੰਤਾਂ ਦੀ ਪ੍ਰਭਤਾ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨਾਲੋਂ ਵਧਾਉਣ ਲਈ ਉਚੇਚੇ ਤੌਰ 'ਤੇ ਬਣੇ ਸਿੱਧ ਹੋ ਰਹੇ ਹਨ। ਨੰਬਰ 5। ਗੁਰਬਾਣੀ ਵਿੱਚ ਇਸਤਰੀ ਦਾ ਦਰਜਾ ਬਰਾਬਰਤਾ ਵਾਲਾ ਕਰਨ ਲਈ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਪੰਨਾ 473 ਤੇ ਅਜਿਹੇ ਹੋਰ ਗੁਰੂ ਫਰਮਾਨ ਹਨ। ਕਲਗੀਧਰ ਜੀ ਨੇ ਇਸਤਰੀ ਨੂੰ ਕੌਰ ਕਮਰ ਆਖ ਕੇ ਸਿੰਘ ਦੇ ਬਰਾਬਰ ਦਾ ਸਤਿਕਾਰ ਦਿੱਤਾ। ਪਰ ਨਿਰਮਲੇ ਨੇ ਤਾਂ ਗੁਰਮਤ ਸਿਧਾਂਤ ਵਿੱਚ ਗੁਰਬਾਣੀ ਰੀਤ ਦਾ ਭਰਪੂਰ ਰਲਾ ਪਾਉਣਾ ਸੀ। ਗੁਰਮਤ ਗਿਆਨ ਦੇ ਪਰਦਾ ਤਾਣ ਕੇ ਸਿੱਖੀ ਦੇ ਨਿਆਰੇ ਸਿਧਾਂਤ ਨੂੰ ਦੂਸ਼ਿਤ ਕਰਨਾ ਇਹਨਾਂ ਦਾ ਮੁੱਖ ਧਰਮ ਸੀ, ਕਿਉਂਕਿ ਸਿੱਖਾਂ ਕੋਲ ਤੇਜ ਪ੍ਰਤਾਪ ਰਹਿਣਾ ਹੀ ਉਨਾ ਚਿਰ ਸੀ ਜਿੰਨਾ ਚਿਰ ਇਹ ਹਰ ਪੱਖੋਂ ਨਿਆਰਾ ਰਹਿੰਦਾ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਨੰਬਰ 6। ਪੁਰਾਤਨ ਰਹਿਤਨਾਮਿਆਂ ਅਨੁਸਾਰ ਸਿਵਾਏ ਅੰਨ ਦੇ ਨਸ਼ੇ ਦੇ ਹੋਰ ਸਾਰਿਆਂ ਨਸ਼ਿਆਂ ਦੀ ਮਨਾਹੀ ਹੈ। ਭੰਗ ਅਤੇ ਅਫੀਮ ਹਾਨੀਕਾਰਕ ਨਸ਼ੇ ਮੰਨੇ ਹਨ। ਗੁਰਮਤਿ ਅਨੁਸਾਰ ਇਹ ਦੋਵੇਂ ਨਸ਼ੇ ਵਰਜਿਤ ਹਨ। ਪਰ ਭੰਗ ਅਫੀਮ ਛਕਣ ਬਾਰੇ ਨਿਰਮਲਿਆਂ ਨੂੰ ਮਿਲੀ ਲਿਖਤੀ ਖੁੱਲ੍ਹ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਨੰਬਰ 7। ਗੁਰਮਤਿ ਮਾਰਤੰਡ ਗ੍ਰੰਥ ਦੇ ਹੀ 457 ਸਫ਼ੇ 'ਤੇ ਗ੍ਰਸਤ ਬਾਰੇ ਇਉਂ ਲਿਖਿਆ ਹੈ। ਗੁਰਮਤਿ ਵਿੱਚ ਗ੍ਰਸਤ ਆਸ਼ਰਮ ਦੀ ਸਭ ਤੋਂ ਵੱਧ ਮਹਿਮਾ ਹੈ। ਜੋ ਧਰਮ ਕਿਰਤ ਨਾਲ ਉਪਜੀਵਿਕਾ ਕਰਦੇ ਹਨ, ਉਪਕਾਰੀ ਹੋ ਕੇ ਦੂਜਿਆਂ ਨੂੰ ਲਾਭ ਪਹੁੰਚਾਉਂਦੇ ਹਨ ਔਰ ਸੰਸਾਰ ਦੇ ਵਿਹਾਰਾਂ ਨੂੰ ਚੰਗੀ ਰੀਤ ਨਾਲ ਕਰਦੇ ਹੋਏ ਹਰ ਵੇਲੇ ਆਪਣੇ ਮਾਲਕ ਨੂੰ ਯਾਦ ਰੱਖਦੇ ਹਨ, ਉਹ ਉੱਤਮ ਗ੍ਰਸਤੀ ਸਿੱਖ ਹਨ। ਫਿਰ ਜਦ ਸਤਿਗੁਰਾਂ ਨੇ ਗ੍ਰਸਤ ਜੀਵਨ ਨੂੰ ਪ੍ਰਧਾਨ ਮੰਨਿਆ ਹੈ ਤਾਂ ਕਿ ਮਹੰਤ ਡੇਰੇਦਾਰ ਆਪਣੇ ਆਪ ਨੂੰ ਸਤਿਗੁਰਾਂ ਨਾਲੋਂ ਵੀ ਵੱਧ ਤਿਆਗੀ ਬਣਨ ਦਾ ਪਖੰਡ ਨਹੀਂ ਕਰ ਰਹੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਫਰਮਾਨ ਯਤਨ ਕਰੈ ਬਿੰਦ ਕਿਵੇਂ ਨਾ ਰਹਾਈ ਪੰਨਾ 906। ਬਿੰਦ ਰਾਖ ਜੋ ਤਰੀਐ ਭਾਈ ਖੁਸਰੈ ਕਿਉਂ ਨਾ ਪਰਮ ਗਤ ਪਾਈ ਪੰਨਾ 324। ਅਤੇ ਇਸਤਰੀ ਤਜ ਕਰ ਕਾਮ ਵਿਆਪਿਆ
ਚਿੱਤ ਲਾਇਆ ਪਰ ਨਾਰੀ। ਪੰਨਾ 1013। ਚੌਥੇ ਭਾਗ ਦੇ 5ਵੇਂ ਕਾਂਡ ਵਿੱਚ ਉਦਾਸੀਆਂ ਬਾਰੇ ਲਿਖੇ ਲੇਖ ਵਿੱਚ ਅਰਥਾਂ ਸਮੇਤ ਲਿਖੇ ਗੁਰਬਾਣੀ ਦੇ ਸ਼ਬਦਾਂ ਦੇ ਹਵਾਲੇ ਨਾਲ ਸਤਿਗੁਰਾਂ ਦੇ ਸਪਸ਼ਟ ਯਤਨ ਕਰੇ ਬਿੰਦ ਕਿਵੇਂ ਨਾ ਰਹਾਈ ਫਤਵੇ ਬਾਰੇ ਬੜੇ ਵਿਸਤਾਰ ਨਾਲ ਵਿਚਾਰ ਲਿਖੀ ਜਾ ਚੁੱਕੀ ਹੈ। ਯਾਦ ਤਾਜ਼ਾ ਕਰਨ ਲਈ ਵੰਨਗੀ ਮਾਤਰ ਉਸ ਵਿਚਾਰ ਦਾ ਵੇਰਵਾ ਇਸ ਪ੍ਰਕਾਰ ਹੈ। ਊੜਾ ਕੁਦਰਤ ਦੇ ਪੱਕੇ ਨਿਯਮ ਅਨੁਸਾਰ ਜਿੰਨੀ ਬਿੰਦ ਅਥਵਾ ਜਿੰਨੇ ਵੀਰਜ ਨੇ ਸਰੀਰ ਵਿੱਚੋਂ ਖਾਰਜ ਹੋ ਜਾਣਾ ਹੁੰਦਾ ਹੈ, ਉਸ ਨੂੰ ਕਿਸੇ ਵੀ ਯਤਨ ਨਾਲ ਸਰੀਰ ਵਿੱਚ ਨਹੀਂ ਰੱਖਿਆ ਜਾ ਸਕਦਾ। ਇਸ ਦਾ ਭਾਵ ਵੀ ਹੈ ਕਿ ਕਾਮ ਨੂੰ ਪੂਰਨ ਰੂਪ ਵਿੱਚ ਵੱਸ ਕਰ ਲੈਣ ਦੀ ਗੱਲ ਕਰਨ ਵਾਲੇ ਝੂਠੇ ਹਨ ਅਥਵਾ ਅਜਿਹੇ ਲੋਕ ਖਤਰਨਾਕ ਕਿਸਮ ਦੇ ਧੋਖੇਬਾਜ਼ ਪਖੰਡੀ ਹਨ। ਐੜਾ ਜੇ ਬਾਲ ਜਤੀ ਰਿਹਾ ਸੰਸਾਰ ਸਮੁੰਦਰ ਤੋਂ ਤਰ ਸਕੀਦਾ ਹੈ ਤਾਂ ਖੁਸਰੇ ਨੂੰ ਕਿਉਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਨਹੀਂ ਹੋਈ। ਭਾਵ ਜਤੀ ਰਹਿਣ ਵਾਲਾ ਡਰਾਮਾ ਇੱਕ ਪਖੰਡ ਹੈ, ਲੋਕਾਂ ਨੂੰ ਭਰਮਾ ਕੇ ਠੱਗੀਆਂ ਮਾਰਨ ਵਾਲਾ ਧੋਖਾ ਹੈ। ਈੜੀ ਗ੍ਰਸਥ ਦਾ ਤਿਆਗ ਭਾਵ ਆਪਣੀ ਇਸਤਰੀ ਦਾ ਤਿਆਗ ਕਰਨ ਵਾਲੇ ਪਖੰਡੀ ਆਪਣੀ ਕਾਮ ਭੁੱਖ ਨੂੰ ਪੂਰੀ ਕਰਨ ਵਾਸਤੇ ਭਾਵੇਂ ਸਰੀਰ ਕਰਕੇ ਤੇ ਭਾਵੇਂ ਮਨ ਕਰਕੇ ਪਰਾਈਆਂ ਇਸਤਰੀਆਂ ਦੇ ਪਿੱਛੇ ਭਟਕਣੋਂ ਕਦੇ ਨਹੀਂ ਰਹਿ ਸਕਦੇ। ਅਜਿਹੇ ਤਿਆਗੀ ਨਿਰਮਲ ਪੰਥੀਆਂ ਦਾ ਅੰਮ੍ਰਿਤਸਰ ਵਿੱਚ ਸੰਮਤ 1938 ਵਿੱਚ ਅਤੇ ਸੰਤੋਖਸਰ ਵਾਲਾ ਅਖਾੜਾ ਸੰਮਤ 1843 ਵਿੱਚ ਬਣਿਆ, ਜੋ ਹੁਣ ਰਮਤੇ ਮੰਗ ਖਾਣੇ ਸਾਧੂਆਂ ਦੇ ਹੀ ਡੇਰੇ ਬਣ ਚੁੱਕੇ ਹਨ। ਕਾਸ਼ੀ ਵਿੱਚ ਕਰੀਬ 40 ਥਾਈਂ ਨਿਰਮਲਿਆਂ ਦੇ ਡੇਰੇ ਹਨ। ਇਸੇ ਤਰ੍ਹਾਂ ਪ੍ਰਯਾਗ ਆ ਤੀਰਥਾਂ 'ਤੇ ਵੀ ਨਿਰਮਲਿਆਂ ਦੇ ਅਖਾੜੇ ਚੱਲ ਰਹੇ ਹਨ, ਜਿਨ੍ਹਾਂ ਦਾ ਦਸਤੂਰੇ ਅਮਲ ਗੁਰਮਤਿ ਦੇ ਅਨੁਕੂਲ ਨਹੀਂ। ਉਹਨਾਂ ਨੇ ਪੰਥ ਨੂੰ ਨਿਆਰਾ ਕਿਵੇਂ ਰੱਖਣਾ ਸੀ। ਸਿੱਖੀ ਦੇ ਜਨਮ ਤੋਂ ਢੇਰ ਚਿਰ ਪਹਿਲਾਂ ਈਸਾਈ ਧਰਮ ਸੰਸਾਰ ਵਿੱਚ ਫੈਲਣਾ ਆਰੰਭ ਹੋ ਚੁੱਕਿਆ ਸੀ। ਈਸਾਈ ਧਰਮ ਨੇ ਬੜੇ ਯੋਜਨਾਬੱਧ ਢੰਗ ਨਾਲ ਆਪਣੇ ਰਾਜ ਦੀਆਂ ਹੱਦਾਂ ਵੀ ਵਧਾਉਣੀਆਂ ਧਰਮ ਦਾ ਅੰਗ ਬਣਾ ਲਿਆ ਹੋਇਆ ਸੀ। ਜਿਨ੍ਹਾਂ ਮਹਾਰਾਜਿਆਂ ਨੇ ਉਪਰੋਕਤ ਦਸਤੂਰ ਬਣਾਇਆ ਅਤੇ ਕਰੋੜਾਂ ਦੀ ਜਾਇਦਾਦ ਵਿਹਲੜ ਝੋਲੀ ਚੋਕਾਂ ਦੀ ਪਾਲਣਾ 'ਤੇ ਖਰਚ ਕਰਨੀ ਆਰੰਭ ਕਰ ਦਿੱਤੀ ਸੀ, ਉਹਨਾਂ ਦੇ ਵੇਲੇ ਤੱਕ ਤਾਂ ਅੰਗਰੇਜ਼ਾਂ ਨੇ ਭਾਰਤ ਵਿਚਲੇ ਸਾਰੇ ਰਜਵਾੜੇ ਆਪਣੇ ਪੈਰਾਂ ਹੇਠ ਨੱਪ ਲਏ ਹੋਏ ਸਨ। ਇਹ ਮੰਨਿਆ ਹੀ ਨਹੀਂ ਜਾ ਸਕਦਾ ਕਿ ਨਿਰਮਲਿਆਂ ਵਰਗੇ ਵਿਦਵਾਨ ਧਰਮ ਆਗੂਆਂ ਨੂੰ ਈਸਾਈਆਂ ਦੇ ਉਹਨਾਂ ਵਿਦਵਾਲਿਆਂ ਦਾ ਪਤਾ ਨਹੀਂ ਸੀ ਲੱਗ ਸਕਿਆ, ਜਿਹੜੇ ਉਹਨਾਂ ਨੇ ਆਪਣੇ ਧਰਮ ਦੀ ਸਿਖਲਾਈ ਲਈ 18ਵੀਂ ਸਦੀ ਤੱਕ ਪੂਰੀ ਯੋਜਨਾਬੱਧ ਮਰਜ਼ਾਦਾ ਨਾਲ ਚਾਲੂ ਕਰ ਲਏ ਹੋਏ ਸਨ। ਗੁਰਸਿੱਖਾਂ ਨੂੰ ਗੁਰਮਤਿ ਗਿਆਨ ਵਿੱਚ ਪ੍ਰਬੀਨ ਕਰਨ ਲਈ ਵੀ ਈਸਾਈਆਂ ਵਰਗੇ ਹੀ ਉਚੇਚੇ ਵਿਦਿਆਲੇ ਚਾਲੂ ਕੀਤੇ ਜਾ ਸਕਦੇ ਸਨ, ਪਰ ਇਹਨਾਂ ਨਿਰਮਲਿਆਂ ਨੇ ਤਾਂ ਉਹ ਕਸਰ ਵੀ ਪੂਰੀ ਕਰਨੀ ਸੀ ਜਿਹੜੀ ਉਦਾਸੀਆਂ ਕੋਲੋਂ ਰਹਿ ਗਈ ਸੀ। ਖਾਲਸਾ ਪੰਥ ਵਿੱਚ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਪ੍ਰਚਲਿਤ ਹੋ ਚੁੱਕੇ ਬਚਨ ਨੇ ਸਿੱਖੀ ਦੇ ਵੈਰੀ ਦੀ ਨੀਂਦ ਹਰਾਮ ਕੀਤੀ ਹੋਈ ਸੀ। ਸਿੱਖਾਂ ਨੂੰ ਤੇਜ ਪ੍ਰਤਾਪ ਮਿਲ ਸਕਣ ਦੀ ਸੰਭਾਵਨਾ ਸਦੀਵੀ ਤੌਰ 'ਤੇ ਖਤਮ ਕਰ ਦੇਣ ਲਈ ਜ਼ਰੂਰੀ ਸੀ ਕਿ ਇਸ ਨੂੰ ਗੁਰਮਤਿ ਦੇ ਨਿਆਰੇ ਗਿਆਨ ਤੋਂ ਤੋੜ ਕੇ ਇਸ ਦੀ ਨਿਆਰੀ ਜੀਵਨ ਮਰਜ਼ਾਦਾ ਅਤੇ ਇਸ ਦਾ ਨਿਆਰਾ ਆਚਰਣ ਵਿਗਾੜਨ ਲਈ ਇਸ ਦੇ ਧਰਮ ਅਸਥਾਨਾਂ ਵਿਚਲੀ ਨਿਆਰੀ ਗੁਰਮਤਿ ਮਰਜ਼ਾਦਾ ਨੂੰ ਪ੍ਰੋਹਤਵਾਦੀ ਮਰਜ਼ਾਦਾ ਦਾ ਗੂੜਾ ਰੰਗ ਚਾੜ ਦਿੱਤਾ ਜਾਵੇ, ਤਾਂ ਜੋ ਇਹ ਖਾਲਸਾ ਪੰਥ ਮੁੜ ਉਸੇ ਹੀ ਥਾਂ ਵੱਲ ਨੂੰ ਪਰਤ ਆਵੇ ਜਿੱਥੋਂ ਇਸ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕੱਢ ਕੇ ਨਿਰਮਲ ਪੰਥੀਆ ਬਣਾਇਆ ਸੀ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਉਦਾਸੀ ਵੇਸ ਨੂੰ ਸਿੱਖੀ ਨੇ ਪੂਰੀ ਤਰ੍ਹਾਂ ਸਵੀਕਾਰ ਨਹੀਂ ਸੀ ਕੀਤਾ। ਇਸ ਵੇਸ ਨੇ ਸਿੱਖ ਰਜਵਾੜਿਆਂ ਨੂੰ ਪ੍ਰਭਾਵਿਤ ਨਹੀਂ ਸੀ ਕੀਤਾ। ਅਸਾਂ ਪਿੱਛੇ ਚੌਥੇ ਭਾਗ ਵਿੱਚ ਪੜ੍ਹ ਲਿਆ ਹੈ ਕਿ ਅਖਾੜੇ ਬਣਾਉਣ ਲਈ ਉਦਾਸੀਆਂ ਨੂੰ ਮਾਇਕ ਸਹਾਇਤਾ ਪੰਜਾਬ ਵਿੱਚੋਂ ਨਹੀਂ ਸਗੋਂ ਹੈਦਰਾਬਾਦ ਰਿਆਸਤ ਦੇ ਵਜ਼ੀਰ ਚੰਦੂ ਲਾਲ ਦੇ ਖਾਨਦਾਨ ਤੋਂ ਪ੍ਰਾਪਤ ਹੋਈ ਸੀ। ਇਸੇ ਲਈ ਹੁਣ ਸਿੱਖੀ ਸਰੂਪ ਵਾਲੇ ਵਿਦਵਾਨਾਂ ਦੇ ਰੂਪ ਵਿੱਚ ਨਿਰਮਲੇ ਪ੍ਰਗਟ ਹੋ ਗਏ ਅਤੇ ਗੁਰਮਤਿ ਤੋਂ ਅਗਿਆਨੀ ਰਾਜਿਆਂ ਦੇ ਮਨਾਂ ਵਿੱਚ ਇਹ ਭਰਮ ਪੱਕਾ ਕਰ ਦਿੱਤਾ ਕਿ ਉਹ ਦਸ਼ਮੇਸ਼ ਜੀ ਦੇ ਆਸ਼ੀਰਵਾਦ ਨਾਲ ਗੁਰਮਤਿ ਦੇ ਪ੍ਰਚਾਰਕ ਥਾਪੇ ਗਏ ਸਨ। ਗੁਰਮਤਿ ਦੀ ਪੂਰੀ ਜਾਣਕਾਰੀ ਨਾ ਹੋਣ ਦੇ ਕਾਰਨ ਸਿੱਖ ਰਾਜੇ ਨਿਰਮਲਿਆਂ ਦੇ ਭਰਮ ਜਾਲ ਵਿੱਚ ਫਸ ਗਏ ਅਤੇ ਇਹਨਾਂ ਨੂੰ ਸਿੱਖੀ ਦੇ ਸੱਚੇ ਹਤੈਸ਼ੀ ਅਤੇ ਗੁਰਮਤਿ ਦੇ 11 ਪ੍ਰਬੀਨ ਪ੍ਰਚਾਰਕ ਮੰਨ ਕੇ ਬੜੀ ਤਕੜੀ ਆਮਦਨ ਵਾਲੀਆਂ ਜ਼ਗੀਰਾਂ ਦੇ ਕੇ ਉਹਨਾਂ ਦੇ ਸਰਪ੍ਰਸਤ ਬਣ ਗਏ।
ਇਹਨਾਂ ਨੇ ਵੀ ਉਦਾਸੀਆਂ ਵਾਂਗ ਹੀ ਆਪਣੇ ਐਸ਼ ਆਰਾਮ ਲਈ ਸ਼ਾਹੀ ਠਾਠ ਬਾਠ ਵਾਲੇ ਅਖਾੜੇ ਬਣਾ ਲਏ। ਗੁਰੂ ਬਾਣੀ ਸਿਧਾਂਤ ਦੀ ਸਮਝ ਤੋਂ ਸਖਣੇ ਇਹਨਾਂ ਮਹਾਰਾਜਿਆਂ ਦੀ ਮੱਤ 'ਤੇ ਰੋਣ ਆਉਂਦਾ ਹੈ, ਜਿਹੜੇ ਖੁੱਲ੍ਹੀ ਮਾਇਆ ਖਰਚ ਕੇ ਉਹਨਾਂ ਲੋਕਾਂ ਦੀਆਂ ਅਡਰੀਆਂ ਗੱਦੀਆਂ ਆਪਣੇ ਹੱਥੀਂ ਚਲਾਉਂਦੇ ਰਹੇ ਸਨ, ਜਿਹੜੇ ਆਪਣੀ ਪੂਜਾ ਕਰਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵਰਤ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਦੀ ਕਦਰ ਘਟਾਉਣ ਵਾਲੀਆਂ ਸਾਧ ਗਦੀਆਂ ਪੰਥ ਨੂੰ ਲੀਰੋ ਲੀਰ ਕਰ ਰਹੀਆਂ ਹਨ। ਸਾਧਾਂ ਦੇ ਇਸ ਮਾਇਆ ਜਾਲ ਵਿੱਚ ਫਸਣੋਂ ਬਚਾਈ ਰੱਖਣ ਲਈ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਫਰਮਾਨ ਇਸ ਪ੍ਰਕਾਰ ਹੈ। ਸ਼ਲੋਕ ਮਹੱਲਾ ਪਹਿਲਾ। ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਿਲਾਜ, ਚੂਹਾ ਖੱਡ ਨਾ ਮਾਵਈ, ਤਿੱਕਲ ਬੰਨ੍ਹੈ ਛੱਜ, ਦੇਨ ਦੁਆਈ ਸੇ ਮਰੈ, ਜਿਨ ਕੋ ਦੇਨ ਸੇ ਜਾਹੇ, ਨਾਨਕ ਹੁਕਮ ਨਾ ਜਾਪਈ, ਕਿੱਥੇ ਜਾਏ ਸਮਾਹੇ। ਪੰਨਾ 1286। ਜੇ ਕਿਤੇ ਗੁਰੂ ਨਾਨਕ ਜੀ ਦੇ ਗਿਆਨ ਤੋਂ ਸਿੱਖ ਜਨਤਾ ਨੂੰ ਜਾਣੂ ਕਰਾਉਣ ਦੀ ਸੱਚੀ ਚੇਟਕ ਇਹਨਾਂ ਸਿੱਖ ਮਹਾਰਾਜਿਆਂ ਨੂੰ ਲੱਗ ਗਈ ਹੁੰਦੀ ਤਾਂ ਕੇਂਦਰੀ ਪ੍ਰਬੰਧ ਦੀ ਰੇਖ ਦੇਖ ਹੇਠਾਂ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੀਆਂ ਡਿਗਰੀਆਂ ਵੰਡਣ ਵਾਲਾ ਅਜਿਹਾ ਕਾਲਜ ਬਣਾਉਂਦੇ, ਜਿਸ ਵਿੱਚੋਂ ਹਰ ਸਾਲ ਘੱਟੋ ਘੱਟ 100 ਸਿੰਘ ਵਿਦਵਾਨ ਅਜਿਹੇ ਨਿਕਲਦੇ, ਜਿਹੜੇ ਗੁਰਮਤਿ ਗਿਆਨ ਅਤੇ ਕਿਸੇ ਰਲੇ ਤੋਂ ਰਹਿਤ ਸੱਚੇ ਸਿੱਖ ਇਤਿਹਾਸ ਅਤੇ ਗੁਰ ਇਤਿਹਾਸ ਵਿੱਚ PhD ਦੀ ਡਿਗਰੀ ਵਾਲੇ ਹੁੰਦੇ। ਉਹਨਾਂ ਸਾਰਿਆਂ ਨੂੰ ਹੀ ਪਹਿਲਾਂ ਦੇਸ਼ ਦੇ ਸਾਰੇ ਪ੍ਰਾਂਤਾਂ ਵਿੱਚ ਅਤੇ ਫਿਰ ਹਰ ਸਾਲ ਵਿਦੇਸ਼ਾਂ ਵਿੱਚ ਗੁਰਮਤਿ ਪ੍ਰਚਾਰ ਲਈ ਪੰਥਕ ਖਰਚੇ 'ਤੇ ਤੋਰਿਆ ਜਾਂਦਾ। ਉਸ ਕਾਲਜ ਵਿੱਚੋਂ ਘੱਟੋ ਘੱਟ 500 ਗੁਰਮਤਿ ਦੀ MA ਡਿਗਰੀ ਵਾਲੇ ਦਰਸ਼ਨੀ ਸਿੰਘ ਹਰ ਸਾਲ ਨਿਕਲਿਆ ਕਰਦੇ, ਜਿਹੜੇ ਗੁਰੂ ਘਰਾਂ ਦੇ ਗ੍ਰੰਥੀ ਹੁੰਦੇ, ਅਤੇ ਇੰਨੇ ਹੀ BA ਦੀ ਡਿਗਰੀ ਵਾਲੇ ਰਾਗੀ ਢਾਡੀ ਪ੍ਰਚਾਰਕ ਨਿਕਲਿਆ ਕਰਦੇ ਤਾਂ ਅੱਜ ਤਾਈਂ ਸਾਰੀ ਦੁਨੀਆ 'ਤੇ ਸਿੱਖੀ ਦਾ ਝੰਡਾ ਝੁੱਲਦਾ ਹੁੰਦਾ। ਪਰ ਲੋਕਾਂ ਨੂੰ ਉੱਲੂ ਬਣਾਈ ਰੱਖ ਕੇ ਆਪਣੇ ਪੰਜੇ ਹੇਠਾਂ ਰੱਖਣ ਦੀ ਯੋਜਨਾ ਅਧੀਨ ਜਿਵੇਂ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣ ਨੇ ਦੇਸ਼ ਦਾ ਬੇਸ਼ੁਮਾਰ ਧਨ ਆਲੀਸ਼ਾਨ ਮੰਦਰਾਂ ਦੇ ਬਣਾਉਣ 'ਤੇ ਖਰਚਾਇਆ, ਉਹੀ ਚਾਲ ਇੱਧਰ ਵੀ ਸਫਲ ਹੋ ਰਹੀ ਸੀ। ਅਰਬਾਂ ਖਰਬਾਂ ਦਾ ਪੰਥਕ ਧਨ ਜਾਂ ਕੰਧਾਂ ਕੋਠਿਆਂ ਦੀ ਉਸਾਰੀ ਵਿੱਚ ਅਤੇ ਜਾਂ ਧਰਮ ਆਗੂਆਂ ਦੀਆਂ ਗੋਗੜਾਂ ਵਿੱਚ ਭਸਮ ਹੋਈ ਜਾ ਰਿਹਾ ਹੈ। ਪੁਸਤਕ ਦੇ ਪਹਿਲੇ ਭਾਗ ਵਿੱਚ ਅਸੀਂ ਹਰ ਪੱਖੋਂ ਖੁੱਲ੍ਹ ਕੇ ਵਿਚਾਰ ਕਰ ਆਏ ਹਾਂ ਕਿ ਮੰਦਰਾਂ ਵਿੱਚ ਮਾਇਆ ਦਾ ਚੜ੍ਹਤ ਚੜ੍ਹਾਵਾ ਆਰੰਭ ਹੋਣਾ ਬ੍ਰਾਹਮਣ ਦੀ ਲੁੱਟ ਨੀਤੀ ਦੀ ਉਪਜ ਹੈ। ਅਜਿਹੇ ਲੁੱਟ ਦੇ ਡੇਰੇ ਵੱਧ ਤੋਂ ਵੱਧ ਖਿੱਚ ਪਾਉਣ ਵਾਲੇ ਬਣਾਉਣਾ ਵੀ ਬ੍ਰਾਹਮਣੀ ਲੁੱਟ ਨੀਤੀ ਦਾ ਹੀ ਕੰਮ ਸੀ। ਹੈਰਾਨੀ ਹੈ ਕਿ ਜਿਸ ਭਗਵਾਨ ਨੂੰ ਸਰਬ ਸ਼ਕਤੀਮਾਨ ਅਤੇ ਸਾਰਿਆਂ ਦਾ ਮਾਲਕ ਪਾਲਕ ਕਿਹਾ ਜਾ ਰਿਹਾ ਹੋਵੇ, ਉਸ ਭਗਵਾਨ ਦੇ ਰਹਿਣ ਲਈ ਮੰਦਰ ਮਨੁੱਖ ਬਣਾ ਰਿਹਾ ਹੈ। ਕੀ ਭਗਵਾਨ ਸਰਬ ਵਿਆਪੀ ਨਹੀਂ? ਅਤੇ ਜੇ ਉਸ ਨੂੰ ਲੋੜ ਹੈ ਤਾਂ ਕੀ ਪ੍ਰਭੂ ਆਪਣੇ ਜੋਗਾ ਕੋਈ ਉਚੇਚਾ ਘਰ ਆਪ ਨਹੀਂ ਬਣਾ ਸਕਦਾ? ਪਰ ਨਹੀਂ, ਭਗਵਾਨ ਦੇ ਨਾਮ ਤੋਂ ਬਿਨਾਂ ਲੁੱਟ ਕਿਵੇਂ ਮਚਾਈ ਜਾ ਸਕਦੀ ਹੈ? ਕੇਵਲ ਮਾਇਆ ਦੀ ਉਗਰਾਈ ਕਰਨ ਵਾਲੀਆਂ ਠੱਗ ਵਿਧੀਆਂ ਬਣਾਉਣ ਦੀ ਸਿੱਖੀ ਨੂੰ ਤਾਂ ਕੋਈ ਲੋੜ ਹੈ ਹੀ ਨਹੀਂ ਸੀ। ਗੁਰੂ ਦਾ ਸਿੱਖ ਤਾਂ ਆਪਣੀ ਕਮਾਈ ਦਾ 10ਵਾਂ ਹਿੱਸਾ ਆਪ ਹੀ ਗੁਰੂ ਦੇ ਖਜ਼ਾਨੇ ਵਿੱਚ ਦਾਖਲ ਕਰਾਉਣਾ ਗਿੱਝ ਚੁੱਕਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਿੱਖੀ ਧਰਮ ਅਸਥਾਨ ਦਾ ਨਾਮ ਧਰਮਸ਼ਾਲਾ ਭਾਵ ਧਰਮ ਸਿੱਖਣ ਦੀ ਥਾਂ ਰੱਖਿਆ ਸੀ। ਪਰ ਨਿਰਮਲਿਆਂ ਅਤੇ ਉਦਾਸੀਆਂ ਨੇ ਦੇਵ ਮੰਦਰਾਂ ਵਾਂਗ ਇੱਧਰ ਵੀ ਸੁਖਣਾ ਦੇ ਅਤੇ ਦਾਨ ਲੁੱਟ ਦੀ ਮਾਇਆ ਉਗਰਾਉਣ ਵਾਲੀਆਂ ਗੋਲਕਾਂ ਵਾਲੇ ਗੁਰੂ ਘਰ ਬਣਾਉਣੇ ਪੁੰਨ ਦਾ ਕੰਮ ਬਣਾ ਕੇ ਇਸ ਨੂੰ ਸਿੱਖੀ ਧਰਮ ਦਾ ਅੰਗ ਬਣਾ ਦਿੱਤਾ। ਸਿੱਖ ਨੇ ਵੀ ਅਰਬਾਂ ਖਰਬਾਂ ਦਾ ਧਨ, ਜਿਸ ਨਾਲ ਸਿੱਖ ਦੇ ਹਰੇਕ ਬੱਚੇ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਨਾਲ ਵਿਦਵਾਨ ਬਣਾਇਆ ਜਾ ਸਕਣਾ ਸੀ, ਵੱਧ ਤੋਂ ਵੱਧ ਆਲੀਸ਼ਾਨ ਬਿਲਡਿੰਗਾਂ ਬਣਾਉਣ 'ਤੇ ਖਰਚ ਕਰਨਾ ਧਰਮ ਕਰਮ ਮੰਨ ਲਿਆ। ਆਪਣੇ ਸਤਿਗੁਰੂ ਜੀ ਨੂੰ ਘਰਾਂ ਵਾਲਾ ਬਣਾਈ ਜਾਣ ਵਿੱਚ ਗੁਰੂ ਪੰਥ ਦੀ ਸੇਵਾ ਮੰਨ ਲਈ। ਸਿੱਖ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਤੋਂ ਕੋਰਾ ਰੱਖ ਕੇ ਤੇਜ ਪ੍ਰਤਾਪ ਗਵਾ ਲਿਆ। ਅਜੇ ਕੱਲ੍ਹ ਜਿਹੜੇ ਰਾਜੇ ਨਿਰਮਲਿਆਂ ਦੇ ਪਾਲਕ ਬਣੇ ਬੈਠੇ ਸਨ, ਅੱਜ ਉਹੀ ਸਿੱਖ ਰਾਜੇ ਮਹਾਰਾਜੇ ਰਾਜ ਭਾਗ ਗੁਆ ਕੇ ਗੁਮਨਾਮੀ ਦੇ ਹਨੇਰੇ ਵਿੱਚ ਗੁਆਚ ਰਹੇ ਹਨ। ਗੰਭੀਰ ਸ਼ੰਕੇ। ਗੁਰੂ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ 5 ਸਿੱਖਾਂ ਨੂੰ ਕਾਂਚੀ ਭੇਜਣ ਵਾਲੀ ਇਹ ਸਾਰੀ ਗਾਥਾ ਮਨ ਘੜਤ ਅਤੇ ਬ੍ਰਾਹਮਣੀ ਦਿਮਾਗ ਦੀ ਉਪਜ ਸਿੱਧ ਹੁੰਦੀ ਹੈ। ਇਸ ਦਲੀਲ ਦੀ ਪੁਸ਼ਟੀ ਇਹਨਾਂ ਗੱਲਾਂ ਨਾਲ ਹੁੰਦੀ ਹੈ। ਨੰਬਰ 1, ਸ੍ਰੀ ਦਰਬਾਰ ਸਾਹਿਬ ਦੀ ਗੰਭੀਰ ਬੇਅਦਬੀ ਕਰਨ ਵਾਲੇ ਜ਼ਾਲਮ
ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਜਾਣ ਵਾਲੀ ਅਦੁੱਤੀ ਸੂਰਮਤਾਈ ਕਰਨ ਵਾਲੇ ਸਿੰਘ ਸਰਦਾਰ ਮਹਿਤਾਬ ਸਿੰਘ ਜੀ ਭੰਗੂ ਮੀਰਾਂ ਕੋਟੀਏ ਦੇ ਪੋਤਰੇ, ਸਰਦਾਰ ਰਾਏ ਸਿੰਘ ਦੇ ਸੁਪੁੱਤਰ ਅਤੇ ਸਰਦਾਰ ਸ਼ਾਮ ਸਿੰਘ ਜੀ ਕਰੋੜੀਆ ਦੇ ਦੋਤੇ, ਸਰਦਾਰ ਰਤਨ ਸਿੰਘ ਭੰਗੂ ਜੀ ਨੇ ਪੰਥ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ, ਜਿਸ ਦੀਆਂ ਆਰੰਭਕ ਸਤਰਾਂ ਇਉਂ ਹਨ। ਅਬ ਮੈਂ ਲਿਖੇ ਸਿੰਘਨ ਕੀ ਸਾਖੀ, ਜਿਹ ਵਿਦ ਬਡਨ ਅਸਾਡਨ ਆਖੀ, ਔਰ ਪੁਰਾਤਨ ਤੇ ਵੀ ਸੁਣੀ, ਹੋਤੇ ਜੋ ਬਿਰਦ ਸਿੱਖ ਬਹੁ ਗੁਣੀ। ਭੰਗੂ ਜੀ ਲਿਖਦੇ ਹਨ ਕਿ ਜੋ ਕੁਝ ਮੈਂ ਆਪਣੇ ਵਡੇਰਿਆਂ ਦੇ ਮੂੰਹੋਂ ਸੁਣਿਆ ਕਰਦਾ ਸਾਂ ਅਤੇ ਜਾਂ ਵੱਡੇ ਗੁਣਵਾਨ ਬਿਰਧ ਸਿੱਖਾਂ ਕੋਲੋਂ ਸੁਣਿਆ, ਉਹਨਾਂ ਦੇ ਆਧਾਰ 'ਤੇ ਸਿੰਘਾਂ ਦਾ ਸੱਚਾ ਇਤਿਹਾਸ ਲਿਖ ਰਿਹਾ ਹਾਂ। ਰਤਨ ਸਿੰਘ ਜੀ ਨੇ ਇਸ ਗ੍ਰੰਥ ਦਾ ਖਰੜਾ ਸੰਨ 1809 ਵਿੱਚ ਤਿਆਰ ਕੀਤਾ ਸੀ। ਸਿੱਖ ਇਤਿਹਾਸ ਨੂੰ ਬਚਾਉਣ ਵਾਲੇ ਸਿਰਲੱਥ ਬਹਾਦਰ ਸਿੰਘਾਂ ਦੇ ਘਰ ਜਨਮੇ ਸਰਦਾਰ ਰਤਨ ਸਿੰਘ ਜੀ ਗੁਰ ਇਤਿਹਾਸ ਬਚਪਨ ਤੋਂ ਸੁਣਦੇ ਰਹੇ ਸਨ, ਅਰਥਾਤ ਉਸ ਵੇਲੇ ਅਜਿਹੇ ਸਿੰਘ ਵੀ ਮਿਲ ਸਕਦੇ ਸਨ ਜਿਨ੍ਹਾਂ ਨੇ ਸ੍ਰੀ ਕਲਗੀਧਰ ਜੀ ਦੇ ਦਰਸ਼ਨ ਕੀਤੇ ਸਨ ਅਥਵਾ ਜਿਨ੍ਹਾਂ ਨੇ ਉਹਨਾਂ ਕੋਲੋਂ ਅੰਮ੍ਰਿਤਪਾਨ ਕੀਤਾ ਸੀ। ਸਿੰਘਾਂ ਨੂੰ ਪੜ੍ਹਨ ਲਈ ਕਾਂਚੀ ਭੇਜਣ ਵਾਲੀ ਗੱਲ ਰਤਨ ਸਿੰਘ ਜੀ ਤਾਈਂ ਜ਼ਰੂਰ ਪੁੱਜਣੀ ਸੀ। ਕਥਿਤ ਤੌਰ 'ਤੇ ਜੇ ਨਿਰਮਲੇ ਸਿੰਘਾਂ ਨੇ ਕਲਗੀਧਰ ਜੀ ਦੇ ਹੁੰਦਿਆਂ ਹੀ ਸਿੱਖੀ ਦਾ ਪ੍ਰਚਾਰ ਬੜੀ ਯੋਗਤਾ ਨਾਲ ਕਰਨਾ ਆਰੰਭ ਕਰ ਦਿੱਤਾ ਹੁੰਦਾ, ਤਾਂ ਰਤਨ ਸਿੰਘ ਜੀ, ਜਿਨ੍ਹਾਂ ਨੇ ਬੜੀ ਛੋਟੀ ਤੋਂ ਛੋਟੀ ਘਟਨਾ ਵੀ ਆਪਣੇ ਇਸ ਗ੍ਰੰਥ ਵਿੱਚ ਲਿਖੀ ਹੈ, ਸਿੱਖੀ ਭੇਸ ਵਟਾ ਲੈਣ ਦੀ ਆਗਿਆ ਦੇ ਕੇ ਬ੍ਰਾਹਮਣੀ ਵਿਦਿਆ ਪੜ੍ਹਨ ਦੀ ਭੇਜਣ ਦੀ ਏਡੀ ਵੱਡੀ ਅਤੇ ਅਚੰਭੇ ਵਾਲੀ ਗੱਲ ਲਿਖਣੀ ਕਦੇ ਨਾ ਭੁੱਲਦੇ। ਪਰ ਉਹਨਾਂ ਦੇ ਇਸ ਗ੍ਰੰਥ ਵਿੱਚ ਅਜਿਹੀ ਕੋਈ ਗੱਲ ਨਹੀਂ ਮਿਲਦੀ। ਨੰਬਰ 2, ਗਿਆਨੀ ਗਿਆਨ ਸਿੰਘ ਲੌਂਗੋਵਾਲੀਏ ਦੇ ਇਸੇ ਗ੍ਰੰਥ ਵਿਚਲੀ ਕਵਿਤਾ ਦੀ ਸੋਧ ਕਰਕੇ ਆਪਣੇ ਨਾਮ ਹੇਠਾਂ ਜਿਹੜਾ ਅੱਡਰਾ ਪੰਥ ਪ੍ਰਕਾਸ਼ਕ ਨਾਮ ਗ੍ਰੰਥ ਲਿਖਿਆ ਹੈ, ਵੇਖੋ ਮਹਾਨ ਕੋਈ ਸਫਾ 794, ਜਿਸ ਵਿੱਚ ਗਿਆਨੀ ਜੀ ਨੇ ਸਿੰਘਾਂ ਨੂੰ ਕਾਂਚੀ ਭੇਜਣ ਵਾਲੀ ਗਾਥਾ ਲਿਖੀ ਹੈ। ਉਸ ਵਿੱਚ ਇਹ ਵੀ ਲਿਖਿਆ ਹੈ ਕਿ ਦਸ਼ਮੇਸ਼ ਜੀ ਅਫੀਮ ਖਾਣ ਦੇ ਸ਼ੌਕੀਨ ਸਨ। ਇਸ ਨਕਲੀਏ ਲਿਖਾਰੀ ਗਿਆਨੀ ਜੀ ਦੀ ਲਿਖੀ ਅਫੀਮ ਵਾਲੀ ਗੱਲ ਨੂੰ ਸਾਰੇ ਸਿੰਘ ਝੂਠ ਅਤੇ ਸਤਿਗੁਰਾਂ ਦੀ ਨਿੰਦਿਆ ਮੰਨਦੇ ਹਨ। ਫਿਰ ਹੌਲੀ ਸੋਚ ਵਾਲੇ ਉਸੇ ਹੀ ਲਿਖਾਰੀ ਦੀ ਲਿਖੀ ਗੱਲ ਕਿ ਕਾਂਚੀ ਦੇ ਬ੍ਰਾਹਮਣਾਂ ਤੋਂ ਵਿਦਿਆ ਪ੍ਰਾਪਤ ਕਰ ਲੈਣ ਦੇ ਯਤਨ ਵਿੱਚ ਝੂਠ ਦਾ ਆਸਰਾ ਲੈਣ ਦੀ ਸਿੱਖਿਆ ਆਪਣੇ ਸਿੰਘਾਂ ਨੂੰ ਦੇਣ ਵਾਲੀ ਅਣਹੋਣੀ ਗੱਲ ਦਸ਼ਮੇਸ਼ ਜੀ ਦੇ ਪਾਵਨ ਨਾਮਣੇ ਨਾਲ ਜੁੜੀ ਸੱਚੀ ਮੰਨ ਲੈਣੀ ਅਫੀਮ ਖਾਣ ਵਾਲੀ ਗੱਲ ਨਾਲੋਂ ਵੀ ਵੱਧ ਦੁਖਦਾਈ ਹੈ। ਗ੍ਰੰਥ ਦੇ ਲਿਖਣ ਢੰਗ ਤੋਂ ਸਪਸ਼ਟ ਹੈ ਕਿ ਗਿਆਨੀ ਗਿਆਨ ਸਿੰਘ ਜੀ ਸਿੱਖ ਘੱਟ ਸਨ ਅਤੇ ਬ੍ਰਾਹਮਣ ਵੱਧ ਸਨ। ਨੰਬਰ 3, ਸਿੱਖ ਧਰਮ ਦੇ ਪ੍ਰਚਾਰ ਦਾ ਆਰੰਭ ਕਰਨ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਲਗਭਗ ਅੱਧੀ ਦੁਨੀਆ ਦਾ ਪੈਦਲ ਸਫ਼ਰ ਕੀਤਾ। ਉਹਨਾਂ ਤੋਂ ਹੀ ਸਿੱਖਿਆ ਲੈ ਕੇ ਬਾਬਾ ਬੁੱਢਾ ਜੀ, ਮਨਸੁਖ ਜੀ, ਸ਼ੀਹਾਂ ਜੀ, ਅਜਿੱਤਾ ਰੰਧਾਵਾ ਜੀ ਆਦਿ ਇੰਨੇ ਸਮਰੱਥ ਹੋ ਗਏ ਸਨ ਕਿ ਉਹ ਸਿੱਖੀ ਦਾ ਪ੍ਰਚਾਰ ਬ੍ਰਾਹਮਣਾਂ ਦੇ ਗੜ੍ਹ ਹਿੰਦੂ ਤੀਰਥਾਂ 'ਤੇ ਜਾ ਜਾ ਕੇ ਕਰਿਆ ਕਰਦੇ ਸਨ। ਨੰਬਰ 4, ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਜਿਹੜੇ ਮਸੰਦ ਦੂਰ ਦੂਰ ਦੇਸ਼ਾਂ ਵਿੱਚ ਭੇਜੇ ਸਨ, ਉਹਨਾਂ ਕੋਲ ਕੇਵਲ ਗੁਰੂ ਨਾਨਕ ਜੀ ਦਾ ਹੀ ਗਿਆਨ ਸੀ। ਕਿਸੇ ਨੂੰ ਵੀ ਬ੍ਰਾਹਮਣ ਕੋਲੋਂ ਵਿਦਿਆ ਲੈਣ ਦੀ ਲੋੜ ਅਨੁਭਵ ਨਹੀਂ ਸੀ ਹੋਈ। ਨੰਬਰ 5, ਗੁਰੂ ਨਾਨਕ ਸਾਹਿਬ ਜੀ ਦੇ ਨਿਆਰੇ ਗਿਆਨ ਤੋਂ ਜਾਣੂ ਕਰਾ ਕੇ ਬ੍ਰਾਹਮਣੀ ਕਰਮਕਾਂਡੀ ਜੂੜੇ ਤੋਂ ਲੋਕਾਂ ਦੀ ਖਲਾਸੀ ਕਰਾਉਣ ਲਈ ਪੰਚਮ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ ਬਨਾਰਸ ਅਥਵਾ ਕਾਸ਼ੀ ਵਿੱਚ ਹੀ ਭੇਜਿਆ ਸੀ। ਕਾਸ਼ੀ ਦੇ ਵੱਡੇ ਵਿਦਵਾਨ ਬ੍ਰਾਹਮਣ ਉਸੇ ਭਾਈ ਸਾਹਿਬ ਜੀ ਦੇ ਅੱਗੇ ਗੋਡੇ ਟੇਕ ਖਲੋਤੇ ਸਨ, ਜਿਸ ਭਾਈ ਜੀ ਕੋਲ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਦਾ ਹੀ ਕੇਵਲ ਮਾਤਰ ਖੰਡਾ ਸੀ। ਭਾਈ ਸਾਹਿਬ ਕਈ ਸਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਅਤੇ ਕਈਆਂ ਨੂੰ ਗੁਰੂ ਘਰ ਦੇ ਸ਼ਰਧਾਲੂ ਬਣਾਇਆ। ਹੈਰਾਨੀ ਤਾਂ ਇਹ ਹੈ ਕਿ ਕਾਸ਼ੀ ਦੇ ਜਿਨ੍ਹਾਂ ਕਥਿਤ ਵਿਦਵਾਨ ਬ੍ਰਾਹਮਣਾਂ ਨੂੰ ਪੰਚਮ ਗੁਰੂ ਨਾਨਕ ਜੀ ਦਾ ਸਿੱਖ ਆਪ ਪੜ੍ਹਾਉਂਦਾ ਰਿਹਾ ਸੀ, ਦਸਮ ਗੁਰੂ ਨਾਨਕ ਜੀ ਦੇ ਸਮੇਂ ਤਾਈਂ ਕੀ ਭਾਣਾ ਵਰਤ ਗਿਆ ਸੀ ਜੋ ਦਸ਼ਮੇਸ਼ ਜੀ ਨੂੰ ਆਪਣੇ ਸਿੰਘਾਂ ਨੂੰ ਉਹਨਾਂ ਹੀ ਬ੍ਰਾਹਮਣਾਂ ਕੋਲੋਂ ਵਿਦਿਆ ਸਿੱਖਣ ਲਈ ਭੇਜਣਾ ਪਿਆ। ਫਿਰ ਇਹ ਕਿਵੇਂ ਸੱਚ ਮੰਨ ਲਿਆ ਜਾਵੇ ਕਿ ਆਪਣਾ ਭੇਸ ਅਤੇ ਨਾਮ ਪਤਾ ਬਦਲ ਲੈਣ ਵਰਗਾ ਠੱਗਾਂ ਵਾਲਾ ਕਰਮ ਵੀ ਸਤਿਗੁਰਾਂ ਨੇ ਆਪ ਹੀ ਕਰਵਾਇਆ ਸੀ। ਨੰਬਰ 6, 9 ਗੁਰੂ ਸਾਹਿਬਾਨ ਨੇ ਬ੍ਰਾਹਮਣੀ ਗ੍ਰੰਥਾਂ ਵਿਚਲੀ ਵਿਦਿਆ ਤੋਂ ਆਪਣੇ ਸਿੱਖਾਂ ਨੂੰ ਜਾਣੂ ਕਰਾ ਲੈਣ ਦੀ ਲੋੜ ਅਨੁਭਵ ਨਾ ਕੀਤੀ।
ਤਾਂ 10ਵੇਂ ਸਰੂਪ ਸਮੇਂ ਸਿੱਖਾਂ ਨੂੰ ਕਾਂਚੀ ਭੇਜ ਕੇ ਵਿਦਿਆ ਪੜ੍ਹਾਉਣ ਦੀ ਲੋੜ ਕਿਸ ਕਾਰਨ ਆ ਪਈ? ਕਿ ਸਤਿਗੁਰਾਂ ਕੋਲ ਅਜਿਹੀ ਵਿਦਿਆ ਦੀ ਥੁੜ ਸੀ ਕਿ 10ਵੇਂ ਸਰੂਪ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਵਿਦਿਆ ਚਰਾਉਣ ਦਾ ਖਿਆਲ ਆ ਗਿਆ। ਜਿਹੜੇ ਸਿੱਖ ਇਸ ਬਾਣੀ ਨੂੰ ਕਲਗੀਧਰ ਜੀ ਦੀ ਉਚਾਰੀ ਗੁਰਬਾਣੀ ਮੰਨਦੇ ਹਨ, ਭੇਗ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਹਲੀਨ, ਉਹੀ ਸਿੱਖ ਇਹ ਕਿਵੇਂ ਵਿਚਾਰ ਲੈਂਦੇ ਹਨ ਕਿ ਸਤਿਗੁਰਾਂ ਨੇ ਪ੍ਰਚਲਿਤ ਸਿੱਖੀ ਬਾਣਾ ਤਿਆਗ ਕੇ ਬ੍ਰਹਮਚਾਰੀ ਭੇਖ ਬਣਾ ਕੇ ਵਿਦਿਆ ਲੈਣ ਦੀ ਆਗਿਆ ਦੇ ਦਿੱਤੀ ਸੀ। ਕਿ ਵਿਦਿਆ ਲੈਣ ਦੀ ਭੇਖ ਬਣਾ ਕੇ ਪਾਂਡਿਆਂ ਨੂੰ ਵਸ ਵਿੱਚ ਕਰ ਲੈਣ ਦੀ ਉਤਲੇ ਗੁਰਵਾਕ ਵਿੱਚ ਛੋਟ ਸੀ? ਕਿ ਇਹ ਕਰਮ ਠੱਗੀ ਵਾਲਾ ਨਹੀਂ ਹੈ? 10ਵੇਂ ਸਰੂਪ ਵਿੱਚ ਆ ਕੇ ਇਸ ਢੰਗ ਨਾਲ ਵਿਦਿਆ ਚੋਰੀ ਕਰਨ ਦਾ ਉਪਦੇਸ਼ ਸਿੱਖ ਗੁਰਮੁਖਾਂ ਨੂੰ ਕੀ ਉਸੇ ਗੁਰੂ ਨਾਨਕ ਜੀ ਨੇ ਦਿੱਤਾ ਸੀ, ਜਿਨ੍ਹਾਂ ਦਾ ਆਪਣਾ ਹੀ ਫਰਮਾਨ ਹੈ, ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਨੀ ਸਦ ਹੀ ਸੱਚ ਕਹੈ ਦਿਨ ਰਾਤੀ ਅਵਰਾਂ ਸੱਚ ਕਹਾਇਂਦਾ, ਪੰਨਾ 1058। ਫਿਰ ਅਜਿਹਾ ਅਨਰਥ ਉਸੇ ਗੁਰੂ ਸਰੂਪ ਨਾਲ ਕਿਉਂ ਜੋੜਿਆ ਗਿਆ ਜਿਸ ਨੇ ਅੱਗੇ ਤੋਂ ਗੱਦੀ 5 ਭੂਤਕ ਸਰੀਰ ਵਿਚਲੇ ਗਿਆਨ ਨੂੰ ਨਹੀਂ ਸੀ ਦਿੱਤੀ? ਗੁਰੂ ਗ੍ਰੰਥ ਸਾਹਿਬ ਰੂਪ ਗਿਆਨ ਨੂੰ ਗੁਰਤਾ ਗੱਦੀ ਸੌਂਪੀ ਜਾਣ ਦੇ ਉਪਰੰਤ ਅਜਿਹੇ ਹਮਲੇ ਕਿਸ ਕਾਰਨ ਤੇਜ਼ ਹੋ ਗਏ? ਕਿ ਇਸ ਦਾ ਕਾਰਨ ਇਹ ਨਹੀਂ ਸੀ ਕਿ ਫਿਰ ਸਿੱਖ ਇਤਿਹਾਸ ਵਿੱਚ ਰਲਾਏ ਗਏ ਅਜਿਹੇ ਝੂਠ ਦੀ ਖੰਡਨਾ ਕਰਨ ਦਾ ਭਾਰ ਗੁਰਦੇਵ ਜੀ 'ਤੇ ਨਹੀਂ ਸੀ ਰਿਹਾ? ਜਿਸ ਸੂਰਮੇ ਸਿੰਘ ਨੇ ਇਹ ਜ਼ਿੰਮੇਵਾਰੀ ਨਿਭਾਉਣੀ ਸੀ, ਉਹ ਤਾਂ ਜੰਗਾਂ ਯੁੱਧਾਂ ਵਿੱਚ ਫਸਿਆ ਆਪਣੀ ਹੋਂਦ ਦੀ ਰਾਖੀ ਦੇ ਫਿਕਰ ਵਿੱਚ ਜੰਗਲਾਂ ਅਥਵਾ ਮਾਰੂਥਲਾਂ ਵਿੱਚ ਵਿਚਰਦਾ ਹੋਇਆ ਰਾਤ ਦਿਨ ਘੋੜੇ ਦੀ ਕਾਠੇ 'ਤੇ ਬੈਠਾ ਰਹਿੰਦਾ ਸੀ। ਨੰਬਰ 8, ਬ੍ਰਾਹਮਣਾਂ ਕੋਲੋਂ ਵਿਦਿਆ ਲੈਣ ਲਈ ਆਪਣੇ ਸਿੰਘ ਭੇਜਣ ਵਾਲੀ ਗੱਲ ਸੱਚ ਮੰਨਣ ਵਾਲਾ ਸਿੱਖ ਕੀ ਆਪਣੇ ਗੁਰੂ ਨੂੰ ਅਧੂਰਾ ਮੰਨਣ ਦਾ ਅਪਰਾਧ ਤਾਂ ਨਹੀਂ ਕਰ ਰਿਹਾ? ਫਾਰਸੀ, ਬ੍ਰਿਜ ਭਾਸ਼ਾ, ਸੰਸਕ੍ਰਿਤ ਆਦਿ ਬੋਲੀਆਂ ਵਿੱਚ ਉੱਚ ਕੋਟੀ ਦੀ ਕਵਿਤਾ ਰਚਣ ਵਾਲੇ ਤ੍ਰੈਕਾਲਦਰਸ਼ੀ ਮਹਾਨ ਵਿਦਵਾਨ ਕਲਗੀਧਰ ਜੀ ਨੂੰ ਬ੍ਰਾਹਮਣ ਦੀ ਕਿਹੜੀ ਵਿਦਿਆ ਦੀ ਲੋੜ ਆ ਪਈ ਸੀ ਜੋ ਉਹ ਆਪ ਆਪਣੇ ਸਿੱਖਾਂ ਨੂੰ ਨਹੀਂ ਸਨ ਪੜ੍ਹਾ ਸਕਦੇ? ਕਿ 10ਵੇਂ ਸਰੂਪ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਉਸੇ ਬ੍ਰਾਹਮਣ ਦੀ ਸ਼ਰਨ ਵਿੱਚ ਆਪਣੇ ਸਿੱਖਾਂ ਨੂੰ ਭੇਜਣਾ ਪੈ ਗਿਆ ਸੀ ਜਿਹੜਾ ਉਹਨਾਂ ਨਾਲ ਗਿਆਨ ਚਰਚਾ ਕਰਨ ਲਈ ਆਪਣੀਆਂ ਧਰਮ ਪੁਸਤਕਾਂ ਖੋਤੇ 'ਤੇ ਲੱਦ ਕੇ ਲੈ ਆਉਂਦਾ ਸੀ, ਪਰ ਫਿਰ ਵੀ ਸ਼ਰਮਿੰਦਾ ਹੋ ਕੇ ਮੁੜਦਾ ਹੁੰਦਾ ਸੀ? ਕਿ ਅਜਿਹਾ ਕਹਿਣ ਵਾਲੇ ਸਿੱਖ ਇਹ ਨਹੀਂ ਕਹਿ ਰਹੇ ਕਿ ਅੰਤ ਵਿੱਚ ਸਤਿਗੁਰਾਂ ਨੇ ਵੀ ਅਸਿੱਧੇ ਤੌਰ 'ਤੇ ਬ੍ਰਾਹਮਣ ਨੂੰ ਹੀ ਆਪਣਾ ਗੁਰੂ ਮੰਨ ਲਿਆ ਸੀ? ਨੰਬਰ 9, ਕਿੱਡੇ ਡੂੰਘੇ ਦੁੱਖ ਵਾਲੀ ਗੱਲ ਇਹ ਹੈ ਕਿ ਜਿਹੜੇ ਸਿੱਖ ਬੜੇ ਵਿਸ਼ਵਾਸ ਨਾਲ ਲੋਕਾਂ ਨੂੰ ਇਹ ਸੁਣਾਉਂਦੇ ਹਨ ਅਤੇ ਪੁਸਤਕਾਂ ਵਿੱਚ ਲਿਖਦੇ ਹਨ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮਿਹਰ ਭਰੀ ਨਿਗਾਹ ਨੇ ਜਮਾਂਦਰੂ ਗੁੰਗੇ ਅਤੇ ਬੋਲੇ ਝੀਵਰ ਨੂੰ ਮਹਾਂਵਿਦਵਾਨ ਬਣਾ ਦਿੱਤਾ ਸੀ, ਉਹੀ ਸਿੱਖ ਰਿਸ਼ਤੇ ਵਿੱਚ 8ਵੇਂ ਗੁਰਦੇਵ ਜੀ ਦੇ ਚਾਚਾ ਜੀ 10ਵੇਂ ਗੁਰੂ ਜੀ ਬਾਰੇ ਇਹ ਕਹਿ ਰਹੇ ਹਨ ਕਿ ਉਹਨਾਂ ਨੇ ਗੂੰਗੇ ਬੋਲੇ ਝੀਵਰ ਨੂੰ ਵਿਦਵਾਨ ਤਾਂ ਕੀ ਬਣਾ ਸਕਣਾ ਸੀ, ਸਗੋਂ ਵਿਦਵਾਨਾਂ ਕੋਲੋਂ ਵਿਦਿਆ ਲੈਣ ਲਈ ਆਪਣੇ ਸਿੱਖਾਂ ਵਿੱਚੋਂ ਤੀਖਣ ਬੁੱਧੀ ਵਾਲੇ ਸਿੱਖਾਂ ਨੂੰ ਭੇਸ ਵਟਾਉਣ ਦੀ ਭਾਵ ਧੋਖਾ ਦੇਣ ਜੋਗੇ ਬਣ ਜਾਣ ਦੀ ਸਲਾਹ ਦੇ ਦਿੱਤੀ ਸੀ। ਨੰਬਰ 10, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਜਿਸ 10ਵੇਂ ਗੁਰੂ ਨਾਨਕ ਜੀ ਦੇ ਸ਼ਾਹੀ ਦਰਬਾਰ ਵਿੱਚੋਂ ਮਿਲਦੀਆਂ ਵਡਿਆਈਆਂ ਅਤੇ ਬਖਸ਼ਿਸ਼ਾਂ ਦੀ ਚਰਚਾ ਸੁਣ ਕੇ ਦੇਸ਼ ਦੇ ਦੂਰ ਦੁਰਾਡੇ ਥਾਵਾਂ ਤੋਂ ਉੱਚ ਕੋਟੀ ਦੇ ਵਿਦਵਾਨ ਕਵੀ ਗੁਰੂ ਦਰਬਾਰ ਦੀ ਆਨ ਸ਼ਾਨ ਵਧਾਉਣ ਲਈ ਸ੍ਰੀ ਅਨੰਦਪੁਰ ਸਾਹਿਬ ਆ ਜੁੜਦੇ ਸਨ ਅਤੇ ਸਤਿਗੁਰਾਂ ਦੀ ਵਿਦਵਤਾ ਦੇ ਸੋਹਲੇ ਗਾਉਂਦੇ ਥੱਕਦੇ ਨਹੀਂ ਸਨ ਕਿ ਉਸੇ ਮਹਾਨ ਵਿਦਵਾਨ ਅਤੇ ਅੰਤਰਜਾਮੀ ਗੁਰੂ ਦੇ ਸਿੱਖ ਇਹ ਮੰਨ ਰਹੇ ਹਨ ਕਿ ਕਲਗੀਧਰ ਜੀ ਨੇ ਆਪਣੇ ਸਿੱਖਾਂ ਨੂੰ ਕਾਂਚੀ ਦੇ ਬ੍ਰਾਹਮਣਾਂ ਕੋਲੋਂ ਵਿਦਿਆ ਪੜ੍ਹਨ ਲਈ ਭੇਜਿਆ ਸੀ ਅਤੇ ਫਿਰ ਇਹ ਕਹਿੰਦੇ ਨਹੀਂ ਸੰਗਦੇ ਕਿ ਬ੍ਰਾਹਮਣ ਦੀ ਸਿੱਖਿਆ ਨਾਲ ਵਿਦਵਾਨ ਬਣੇ ਉਹਨਾਂ ਸਿੱਖਾਂ ਨੇ ਉਸ ਚੁਰਾਈ ਹੋਈ ਵਿਦਿਆ ਦੇ ਜ਼ੋਰ 'ਤੇ ਗੁਰਬਾਣੀ ਦਾ ਬੜਾ ਪ੍ਰਚਾਰ ਕੀਤਾ ਸੀ। ਹਾਲਾਂਕਿ ਸਿੱਖੀ ਵਿੱਚ ਵਿਪਰਨ ਕੀ ਰੀਤ ਵਾੜਨ ਦਾ ਨੀਂਹ ਪੱਥਰ ਰੱਖਿਆ ਹੀ ਨਿਰਮਲਿਆਂ ਅਤੇ ਉਦਾਸੀ ਮਹੰਤਾਂ ਨੇ ਸੀ। ਮਹਾਭਾਰਤ ਗਾਥਾ ਵਿੱਚ ਇੱਕ ਉਪਲਵਿਆ ਨਾਮੀ ਧਰੁਣਧਾਰੀ ਨੇ ਦਰੋਣਾਚਾਰੀਆ ਤੋਂ ਪੁੱਛੇ ਬਿਨਾਂ ਧਨੁਖ ਵਿਦਿਆ ਸਿੱਖ ਲਈ ਤਾਂ ਦਰੋਣ ਨੇ ਉਸੇ ਦੇ ਸੱਜੇ ਹੱਥ ਦਾ ਅੰਗੂਠਾ ਕਟਾ ਦਿੱਤਾ ਸੀ।
ਉਸੇ ਗਾਥਾ ਵਿੱਚ ਹੀ ਕੁਆਰੀ ਕੁੰਤੀ ਦੇ ਪੁੱਤਰ ਕਰਨ ਨੇ ਭੇਸ ਵਟਾ ਕੇ ਪਰਸਰਾਮ ਕੋਲੋਂ ਵਿਦਿਆ ਪ੍ਰਾਪਤ ਕੀਤੀ ਦਰਸਾਈ ਹੋਈ ਹੈ। ਪਰ ਜਦ ਹੀ ਪਰਸਰਾਮ ਨੂੰ ਕਰਨ ਦੀ ਅਸਲੀਅਤ ਦਾ ਪਤਾ ਲੱਗਾ ਤਾਂ ਉਸ ਨੇ ਉਸ ਨੂੰ ਸਰਾਪ ਦੇ ਦਿੱਤਾ ਕਿ ਧੋਖੇ ਨਾਲ ਪ੍ਰਾਪਤ ਕੀਤੀ ਵਿਦਿਆ ਤੇਰਾ ਕੁਝ ਨਹੀਂ ਸਵਾਰੇਗੀ ਅਤੇ ਇਹ ਵਿਦਿਆ ਤੈਨੂੰ ਉਸ ਸਮੇਂ ਧੋਖਾ ਦੇਵੇਗੀ ਜਦ ਤੈਨੂੰ ਇਸ ਦੀ ਸਖਤ ਲੋੜ ਹੋਵੇਗੀ। ਫਿਰ ਉਵੇਂ ਹੀ ਬੁਰੀ ਹਾਲੀ ਕਰਨ ਦੀ ਮੌਤ ਹੁੰਦੀ ਵੀ ਦਰਸਾਈ। ਭਾਵ ਬ੍ਰਾਹਮਣ ਨੇ ਹੇਰਾ ਫੇਰੀ ਨਾਲ ਵਿਦਿਆ ਲੈਣ ਵਾਲੇ ਨੂੰ ਪਹਿਲਾਂ ਵੀ ਬੜਾ ਘਟੀਆ ਅਤੇ ਨੀਚ ਕਰਮੀ ਸਿੱਧ ਕੀਤਾ ਹੋਇਆ ਸੀ ਕਿ ਇਸ ਪੱਖ 'ਤੇ ਵਿਚਾਰ ਨਹੀਂ ਸੀ ਕਰਨੀ ਚਾਹੀਦੀ ਕਿ ਬ੍ਰਾਹਮਣ ਨੇ ਚਤੁਰਾਈ ਨਾਲ ਉਹੀ ਧੋਖੇ ਨਾਲ ਵਿਦਿਆ ਪ੍ਰਾਪਤ ਕਰਨ ਵਾਲਾ ਕੁਕਰਮ ਕਲਗੀਧਰ ਜੀ ਦੇ ਮੱਥੇ ਮੜ ਕੇ ਕਿਤੇ ਪੂਰੇ ਖਾਲਸਾ ਪੰਥ ਦਾ ਮੌਜੂ ਤਾਂ ਨਹੀਂ ਉਡਾਇਆ ਹੋਇਆ, ਪਰ ਝੂਠੀਆਂ ਕਹਾਣੀਆਂ ਨੂੰ ਗੁਰਮਤ ਮੰਨ ਕੇ ਉਹਨਾਂ ਪ੍ਰਤੀ ਸ਼ਰਧਾ ਬਣਾਈ ਬੈਠਾ ਖਾਲਸਾ ਕਿਵੇਂ ਮੰਨ ਲਵੇ ਕਿ ਉਹ ਬ੍ਰਾਹਮਣ ਦੇ ਮਾਇਆ ਜਾਲ ਵਿੱਚ ਫਸ ਚੁੱਕਾ ਹੈ। ਭਾਵੇਂ ਇਹ ਸਾਰਾ ਭਾਣਾ ਦੇਖਾ ਦੇਖੀ ਅਥਵਾ ਅੱਗੇ ਜਾ ਰਿਆਂ ਦੇ ਮਗਰ ਦੌੜ ਪੈਣ ਵਾਲੀ ਭੇਡ ਚਾਲ ਦੇ ਕਾਰਨ ਹੀ ਵਰਤਿਆ ਹੈ, ਪਰ ਝੂਠੀ ਅਤੇ ਮੂਰਖ ਹੈਂਕੜ ਵਿੱਚ ਫਸੇ ਅਸੀਂ ਕਿਵੇਂ ਮੰਨ ਲਈਏ ਕਿ ਪਿਛਲੇ 200 ਸਾਲ ਤੋਂ ਅਸੀਂ ਸਭ ਕੁਝ ਗਲਤ ਕਰੀ ਆ ਰਹੇ ਹਾਂ। ਅੱਜ ਤਾਂ ਸਤਿਗੁਰ ਜੀ ਤਰਸ ਖਾ ਕੇ ਆਪ ਹੀ ਮਿਹਰ ਕਰਨ ਅਤੇ ਦੇਖਾ ਦੇਖੀ ਝੂਠ ਹਨੇਰੇ ਵਿੱਚ ਠੇਡੇ ਖਾਰਿਆਂ ਨੂੰ ਸਾਨੂੰ ਕਿਤੇ ਵਾਹਿਗੁਰੂ ਜੀ ਦੇ ਲੜ ਲਾ ਦੇਣ ਦੀ ਮਿਹਰ ਕਰ ਦੇਣ। ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸ਼ੁੱਧ ਹੈ ਸੇਵ ਪਈ ਤਿਨ ਥਾਏ। ਹਰ ਗੁਣ ਗਾਵੇ ਹਰ ਨਿਤ ਪੜ੍ਹੇ, ਹਰ ਗੁਣ ਗਾਏ ਸਮਾਏ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹਿ ਲਿਵ ਲਾਏ। ਪੰਨਾ 28। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਦੂਜੇ ਕਾਂਡ ਦਾ ਤੀਜਾ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।